अस्सलाम वालेकुम नाज़रीन, तुसी देख रहे हो नूरा कुश्ती ते मैं तुहाडा मेज़बान ख्वाजा आफ्ताब हसन ते मेरे नाल ने शौकत शरीफ साहब। शौकत साहब बड़े दुखी दिल दे नाल मैं अज दी गल दा आगाज़ करांगा कि तुहाडी नज़र चों भी गुजरिया होना है, खबरां भी आ रही होनियां ने मुसलसल कि यार साडे फ़लस्तीन दे विच इसराइली बरबरीयत दा शिकार तकरीबन 1000 लोग हो गए ने और 800 तो ज़ायद जख्मी ने और राकटबारी का सिलसिला चल रहा है, मिसाइल छुट्टे जा रहे हैं। यार की हो की रहा मुसलमानों ने? ਹੁਣ ख्वाजा साहब ਤੁਸੀਂ ਮੈਨੂੰ ਨਾ ਚੰਦ ਸੈਕਿੰਡ ਜਾਂ ਚੰਦ ਮਿੰਟ ਦਾ ਬੋਲਣ ਦਾ ਮੌਕਾ ਦੇਣਾ, ਠੀਕ ਹੈ। ਹੁੰਦਾ ਹੈਗਾ ਕਿ ਜਦੋਂ ਇੱਕ ਬੰਦਾ ਦੂਸਰੇ ਬੰਦੇ ਦੇ ਉੱਤੇ ਜ਼ੁਲਮ ਕਰ ਰਿਹਾ ਹੁੰਦਾ ਨਾ, ਤੇ ਤੀਸਰਾ ਬੰਦਾ ਜਿਹੜਾ ਉਹਨਾਂ ਨੂੰ ਛੁਡਾ ਸਕਦਾ ਹੈ ਜਾਂ ਮਾਰਨ ਵਾਲੇ ਦੇ ਮੂੰਹ ਤੇ ਥੱਪੜ ਮਾਰ ਕੇ ਉਹਨੂੰ ਚੁੱਪ ਕਰਵਾ ਸਕਦਾ ਹੈ, ਜਦੋਂ ਬੇਹਿੱਸ ਹੋ ਜਾਏਗਾ ਨਾ ਉਦੋਂ ਯਾਨੀ ਕਿ ਨਾ ਉਹ ਮਾਰ ਖਾਣ ਵਾਲੇ ਨੂੰ ਮਾਰ ਪੈਂਦੀ ਰਹੇਗੀ, ਮਾਰਨ ਵਾਲਾ ਮਾਰਦਾ ਰਹੇਗਾ, ਠੀਕ ਹੈ। ਈਦ ਵਾਲੇ ਦਿਨ ਵੀ ਉਹਨਾਂ ਨੇ ਬਰਬਰੀਅਤ ਕੀਤੀ ਹੈ, ਕੀਤੀ ਬੇਸ਼ੱਕ, ਠੀਕ ਹੈ। ਤੁਸੀਂ ਆਪਣੇ ਸਾਰੇ ਚੈਨਲ ਦੇਖ ਲਓ, ਉਹਨਾਂ ਨੇ ਸਿਰਫ ਖਬਰਨਾਮੇ ਦੇ ਵਿੱਚ ਬੰਬਾਰੀ ਹੁੰਦੀ ਦਿਖਾਈ ਹੈ ਤੇ ਐਨੇ ਲੋਕ ਮਰ ਗਏ ਨੇ ਤੇ ਐਨੇ ਸ਼ਹੀਦ ਹੋ ਗਏ ਨੇ, ਐਨੇ ਜ਼ਖਮੀ ਹੋ ਗਏ ਨੇ, ਇਹ ਤਲਾਵਾਂ ਦਿੱਤੀਆਂ। ਉਸ ਤੋਂ ਫੌਰਨ ਹੀ ਬਾਅਦ ਮਸਕਰੇ ਬੈਠੇ ਨੇ, ਈਦ ਮਨਾਈ ਜਾ ਰਹੀ ਹੈ ਔਰ ਈਦ ਦੀਆਂ ਖੁਸ਼ੀਆਂ, ਈਦ 'ਤੇ ਪ੍ਰੋਗਰਾਮ ਕੀਤੇ ਜਾ ਰਹੇ, ਉਹਨਾਂ ਗਾਣੇ ਗਾਏ ਜਾ ਰਹੇ ਨੇ। ਉਹ ਚੈੱਕ ਕਰ ਰਹੇ ਨੇ ਮੁਸਲਮਾਨਾਂ ਦੀ ਗੈਰਤ ਨੂੰ, ਉਹ ਚੈੱਕ ਕਰ ਰਹੇ ਨੇ ਇਹਨਾਂ ਦੇ ਜ਼ਮੀਰ ਨੂੰ, ਉਹ ਚੈੱਕ ਕਰ ਰਹੇ ਨੇ ਇਹਨਾਂ ਦੇ ਕਿਰਦਾਰ ਨੂੰ। ਤੇ ਅਸੀਂ ਆਪਣਾ ਕਿਰਦਾਰ, ਆਪਣਾ ਜ਼ਮੀਰ ਉਹਨਾਂ ਨੂੰ ਸਾਬਤ ਕਰ ਰਹੇ ਹਾਂ ਕਿ ਅਸੀਂ ਮਰ ਗਏ ਹਾਂ, ਸੁੱਤੇ ਪਏ ਹਾਂ। ਸ਼ੌਕਤ ਸਾਹਿਬ 56 ਮੈਂ ਤੁਹਾਨੂੰ ਕਿਹਾ ਸੀ 56 ਮਮਾਲਿਕ ਨੇ ਇਸ ਟਾਈਮ ਮੁਸਲਮਾਨਾਂ ਦੇ, ਠੀਕ ਹੈ ਨਾ। ਮੈਨੂੰ ਤੁਸੀਂ ਦੱਸੋ ਕਿ ਕਿਸੇ ਮੁਸਲਮਾਨ ਕੰਟਰੀ ਨੂੰ ਈਦ ਮਨਾਉਣੀ ਚਾਹੀਦੀ ਸੀ? ਇੱਕ ਪਾਸੇ ਤੇ ਸਾਡੇ ਭਰਾ, ਸਾਡੇ ਬੱਚੇ, ਸਾਡੀਆਂ ਔਰਤਾਂ, ਮਰਦ, ਬਜ਼ੁਰਗ ਸ਼ਹੀਦ ਹੋ ਰਹੇ ਨੇ ਔਰ ਅਸੀਂ ਈਦ ਦੀਆਂ ਖੁਸ਼ੀਆਂ ਮਨਾ ਰਹੇ ਹਾਂ। ਇੱਕ ਠੀਕ ਹੈ, ਸਾਡੇ ਮਜ਼ਹਬ ਦਾ ਇੱਕ ਤਿਉਹਾਰ ਹੈਗਾ, ਲੇਕਿਨ ਜਿਸ ਘਰ ਮਰਗ ਹੋਈ ਹੁੰਦੀ ਹੈ ਉਸ ਦਿਨ ਸ਼ਾਦੀ ਦਾ ਸਮਾਂ ਨਹੀਂ ਮੰਨਿਆ ਜਾ ਸਕਦਾ। ਠੀਕ, ਤੁਸੀਂ ਮੈਨੂੰ ਪਿਛਲੇ ਪ੍ਰੋਗਰਾਮ ਵਿੱਚ ਪੁੱਛਿਆ ਸੀ ਕਿ ਤੁਹਾਨੂੰ ਖੁਸ਼ੀ ਹੋਈ ਹੈ? ਕਿਸ ਤਰ੍ਹਾਂ ਖੁਸ਼ੀ ਹੁੰਦੀ? ਸਾਰਾ ਦਿਨ ਤਾਂ ਟੀ ਵੀ ਦੇ ਉੱਤੇ ਅਸੀਂ ਨਾਚ ਗਾਣਾ ਦੇਖਣ ਰਹੇ ਹਾਂ ਅਤੇ ਮਜ਼ਾਈਆ ਖਾ ਕੇ ਦੇਖਣ ਰਹੇ ਹਾਂ, ਗੁਲੂਕਾਰਾਂ ਨੂੰ ਅਹਿਮੀਅਤ ਦਿੱਤੀ ਜਾ ਰਹੀ ਹੈ, ਫਨਕਾਰ ਆ ਰਹੇ ਨੇ। ਮੇਰਾ ਖੁਦ ਸ਼ੋਬਿਜ਼ ਨਾਲ ਤਲਕ ਰਿਹਾ, ਉਹ ਫਨਕਾਰ ਜਿਨ੍ਹਾਂ ਨਾਲ ਅਗਰ ਉਹਨਾਂ ਦੇ ਆਵਾਮ ਨੂੰ ਕਿਰਦਾਰ ਦਾ ਪਤਾ ਲੱਗ ਜਾਏ, ਉਹਨਾਂ ਦੀ ਗੱਲ ਸੁਣਨਾ ਪਸੰਦ ਨਾ ਕਰਨ, ਉਹ ਆਣ ਕੇ ਉਹ ਮਸਕਰੀਆਂ ਝਾੜਨ ਰਹੇ ਨੇ। ਸਰ ਜਦੋਂ ਸਾਡਾ ਅਸੀਂ ਬਹਸੀਅਤ ਇਨਸਾਨ, ਬਹਸੀਅਤ ਮੁਸਲਮਾਨ, ਜਦੋਂ ਸਾਡਾ ਕਿਰਦਾਰ ਇਹੋ ਜਿਹਾ ਹੋ ਜਾਏਗਾ, ਇਸਰਾਈਲ ਤਾਂ ਮਾਰੇ ਹੀ ਮਾਰੇ। ਸ਼ੌਕਤ ਸਾਹਿਬ ਇੱਕ ਤੁਸੀਂ ਗੱਲ ਕੀਤੀ ਹੈ ਕਿ ਦੋ ਲੋਕ ਜਦੋਂ ਲੜ ਰਹੇ ਹੋਣ ਤੇ ਤੀਸਰਾ ਉਹਨਾਂ ਨੂੰ ਰੋਕਦਾ, ਉਹ ਯਕੀਨਨ ਉਹ ਦੋਵਾਂ ਮੈਂ ਤੀਸਰਾ 56 ਮੁਲਕਾਂ ਨੂੰ ਕਿਹਾ ਜੀ ਉਹ ਜਿਹੜਾ ਰੋਕਦਾ ਉਹ ਯਕੀਨਨ ਉਹ ਦੋਵਾਂ ਤੋਂ ਤਾਕਤਵਰ ਹੁੰਦਾ। ਅੱਛਾ, ਇੱਕ ਗੱਲ ਜਿਹੜੀ ਆਮ ਹੈ ਸਾਡੇ ਕਿ ਉਹ ਤੀਸਰਾ ਯਕੀਨਨ ਅਮਰੀਕਾ ਹੈ ਔਰ ਉਹ ਆਪ ਵੀ ਨਹੀਂ ਚਾਹੁੰਦਾ ਰੋਕਣਾ। ਪਹਿਲੀ ਗੱਲ ਤਾਂ ਹੈ, ਠੀਕ ਹੈ, ਉਹਦੀ ਸ਼ੈ ਵੀ ਹੈ ਕਿਉਂਕਿ ਐਡਾ ਨਹੀਂ ਕਿ ਉਹ ਬਹੁਤ ਮੁੱਠੀ ਭਰ ਲੋਕ ਨੇ ਔਰ ਉਹ ਆਪਣੀ ਤੋਂ ਤਾਦਾਦ ਤੋਂ ਜ਼ਿਆਦਾ ਲੋਕਾਂ ਨੂੰ ਇਸ ਤਰ੍ਹਾਂ ਬਰਬਰੀਅਤ ਦਾ ਸ਼ਿਕਾਰ ਕਰ ਰਹੇ ਨੇ। ਦੂਸਰਾ ਜਿਹੜਾ ਉਮਤ ਮੁਸਲਮਾ ਹੈ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਉਹਦੇ ਵਿੱਚੋਂ ਜਿਹੜੀਆਂ ਇਹਨਾਂ ਦੀ ਮੇਨ ਤਨਜ਼ੀਮ ਹੈ OIC ਉੱਧਰੋਂ ਜਾਂ ਅਕਵਾਮ ਮੁਤਹਿਦਾ ਵੱਲੋਂ ਜਿਹੜੀ ਮਜ਼ੰਮਤਾਂ ਤੋਂ ਇਲਾਵਾ ਕੋਈ ਗੱਲ ਨਹੀਂ ਸਾਹਮਣੇ ਆ ਰਹੀ। ਅੱਛਾ, ਮੈਨੂੰ ਇਹ ਦੱਸੋ ਕਿ ਕਿਆ ਇਹ ਮਾਮਲਾ ਹੁਣ ਮਜ਼ੰਮਤ ਦੇ ਨਾਲ ਰੁਕਣਾ? ਮੈਨੂੰ ਤਾਂ ਨਹੀਂ ਲੱਗਦਾ। ਸਰ ਮੈਂ ਇਹੀ ਗੱਲ ਕਰ ਰਿਹਾ ਕਿ ਤੀਸਰਾ ਫਰੀਕ ਜਦੋਂ ਦੂਰੋਂ ਖੜਾ ਹੋ ਗਿਆ, ਨਾ ਮਾਰ ਯਾਰ ਨਾ ਮਾਰ, ਠੀਕ ਹੈ ਨਾ। ਇਹ ਹੈਗਾ ਕਿ ਚੋਰ ਨੂੰ ਕਹਿਣਾ ਯਾਨੀ ਕਿ ਚੋਰੀ ਕਰ ਲਾ ਤੇ ਸਾਧ ਨੂੰ ਫੜਨਾ ਹੀ ਨਾ, ਸਾਧ ਨੂੰ ਖਾਣਾ ਨੂੰ ਫੜਦਾ ਲੇਕਿਨ ਉਹਨੂੰ ਜੱਫਾ ਪਾਇਆ, ਉਹਨੂੰ ਜਾਨ ਵੀ ਨਹੀਂ ਦੇਣਾ, ਠੀਕ ਹੈ ਨਾ। ਮੈਂ ਕਹਿੰਦਾ ਜਿਹੜੇ ਸਾਡੇ 56-57 ਮੁਲਕ ਨੇ, ਇਸਲਾਮੀ ਮੁਲਕ ਸਰਬਰਾਹ ਨੇ, ਉਹ ਕੀ ਕਰ ਰਹੇ ਨੇ? ਹਮ ਪੁਰਜ਼ੋਰ ਮਜ਼ੰਮਤ ਕਰਤੇ ਹੈ। ਯਾਰ ਇੱਕ ਇਨਸਾਨ ਦੂਸਰੇ ਨੂੰ ਮਾਰਨ ਡਿਆ, ਕਹਿੰਦਾ ਮੈਂ ਮਜ਼ੰਮਤ ਕਰ ਰਿਹਾ, ਓਏ ਇਹਨੂੰ ਛਡਾ। ਜੇ ਨਹੀਂ ਛਡਾ ਸਕਦੇ 56 ਮੁਲਕ ਨੇ ਅੱਜ ਏਕਾ ਕਰ ਲੈਣ, ਇਸਰਾਈਲ ਦੀ ਜ਼ਰੂਰਤ ਨਹੀਂ।
ਅਮਰੀਕਾ ਦੀ ਵੀ ਜ਼ਰੂਰਤ ਨਹੀਂ ਉਹਨੂੰ ਕਹੇ ਕਿ ਤੂੰ ਮਾਰਦਾ ਰਹਿ। ਉਹਨੂੰ ਪਤਾ ਹੈ ਜਦੋਂ ਈਰਾਨ ਦੇ ਉੱਤੇ ਇਹਨਾਂ ਨੇ ਪਾਬੰਦੀਆਂ ਲਾਈਆਂ ਸੀਗੀਆਂ ਔਰ ਇਸਰਾਈਲ ਦੀ ਖੁੱਲ੍ਹ ਕੇ ਹਮਾਇਤ ਕੀਤੀ ਸੀ, ਤੇ ਈਰਾਨ ਨੇ ਕੀ ਕਿਹਾ ਸੀ? ਉਹਨੇ ਕਿਹਾ ਸੀ ਮੈਂ ਇੱਥੋਂ ਹੀ ਦਾਗਾਂਗਾ। ਤੇ ਇੰਨਾ ਕੁ ਹੈਗਾ, ਈਰਾਨ ਦਾ ਕੀ ਕਰ ਲਿਆ ਸੀ? ਕੁਛ ਨਹੀਂ ਸੀ ਕਰ ਸਕਿਆ। ਅੱਜ ਈਰਾਨ, ਇੰਡੋਨੇਸ਼ੀਆ, ਤੁਰਕੀ, ਪਾਕਿਸਤਾਨ ਇਹ ਜਿਹੜਾ ਇhtਜਾਜ ਕਰਦੇ ਨਜ਼ਰ ਆਉਂਦੇ ਨੇ, ਬਾਕੀ ਸਾਰੇ ਇਸਲਾਮੀ ਉਹ ਸੁਮਨ ਬੁਕਮਨ ਹੋਏ ਨੇ। ਤੇ ਸਾਰੇ ਇਸ ਤਰ੍ਹਾਂ ਕੀ ਹੋਏਗਾ? ਤੁਸੀਂ ਆਪ ਸਮਝਦਾਰ ਹੈਗੇ ਜੇ ਕਿ ਤੁਸੀਂ ਮਾਰਨ ਵਾਲੇ ਨੂੰ ਨਾ ਛਡਾ ਰਿਹਾ ਜੇ, ਨਾ ਉਹਦੇ ਮੱਦੇ ਮੁਕਾਬਲ ਆ ਰਿਹਾ ਜੇ, ਦੂਰੋਂ ਦੂਰੋਂ ਇhtਜਾਜ ਕਰੀ ਜਾ ਰਹੇ, ਦੂਰੋਂ ਖੜੇ ਹੋ ਕੇ ਆਵਾਜ਼ਾਂ ਦੇਈ ਜਾ ਰਹੇ ਜੇ। ਜਿਹੜਾ ਬਗੈਰਤ ਆਦਮੀ ਨੂੰ ਕਾਹਦੀ ਆਵਾਜ਼ ਦੀ ਵੀ ਜਿਹੜਾ ਜ਼ੁਲਮ ਤੇ ਉਤਰਿਆ ਉਹਨੂੰ ਆਵਾਜ਼ ਨਾਲ ਕੀ ਫਰਕ ਪੈਣਾ? ਉਹਨੂੰ ਥੱਪੜ ਦਾ ਪੈਣਾ ਹੈਗਾ। ਗੱਲ ਠੀਕ ਹੈ। ਚਲੋ ਇਹ ਤੇ ਖੈਰ ਬਹੁਤ ਆਮ ਮੌਜੂ ਹੈ, ਇਹਦੇ ਉੱਤੇ ਤੇ ਬਹੁਤ ਢੇਰਾਂ ਗੁਫ਼ਤਗੂ ਹੋਣੀ ਚਾਹੀਦੀ ਹੈ। ਲੇਕਿਨ ਇੱਕ ਚੀਜ਼ ਜਿਹੜੀ ਤੁਸੀਂ ਬੜੀ ਨਿਸ਼ਾਨਦੇਹੀ ਕੀਤੀ ਔਰ ਬੜੀ ਤਕਲੀਫਦੇਹ ਵੀ ਹੈ ਕਿ ਅਸੀਂ ਬੜਾ ਉਹਦੇ ਤੇ ਮਜ਼ੰਮਤਾਂ ਕਰਨੇ ਆ, ਬੜਾ ਉਹਦੇ ਤੇ ਯੌਮੁਲ ਕੁਦਸ ਸੇ ਬੜੇ ਮੁਜ਼ਾਹਰੇ ਵੀ ਹੋਏ ਔਰ ਬੜਾ ਇਜ਼ਹਾਰੇ ਯਕਜਹਿਤੀ ਵੀ ਹੋਇਆ ਫਲਸਤੀਨੀਆਂ ਨਾਲ। ਲੇਕਿਨ ਉਹ ਪ੍ਰੈਕਟੀਕਲੀ ਜਿਹੜੀ ਚੀਜ਼ ਦੀ ਤੁਸੀਂ ਨਿਸ਼ਾਨਦੇਹੀ ਕੀਤੀ ਹੈ ਕਿ ਅਸੀਂ ਅਮਲੀ ਤੌਰ ਤੇ ਉਸ ਕਿਰਦਾਰ ਦਾ ਮੁਜ਼ਾਹਰਾ ਹੀ ਨਹੀਂ ਕਰਦੇ। ਈਦ ਦੇ ਉੱਤੇ ਵੀ ਜਿਹੜਾ ਦੀਗਰ ਇਸ਼ੂ ਚੱਲ ਰਹੇ ਔਰ ਫਲਸਤੀਨੀ 1000 ਦੇ ਲਗਭਗ ਸ਼ਹੀਦ ਹੋਏ, ਲੇਕਿਨ ਉਹ ਇੱਕ ਖਬਰ ਤੋਂ ਅਗਾਂਹ ਕੋਈ ਗੱਲ ਨਹੀਂ ਗਈ। ਉਹ ਖਬਰ ਤੋਂ ਵਧਿਆ ਹੀ ਨਹੀਂ ਮਾਮਲਾ, ਉਹ ਖਬਰ ਤੋਂ ਜ਼ਿਆਦਾ ਉਹਨੂੰ ਅਹਿਮੀਅਤ ਨਹੀਂ ਦਿੱਤੀ ਗਈ। ਤੇ ਸ਼ੌਕਤ ਸਾਹਿਬ ਕਿਆ ਇਹ ਸਿਲਸਿਲਾ ਜਿਹੜਾ ਹੈ ਇਹ ਤੇ ਫਿਰ ਜਿਹੜਾ ਜਿਸ ਬੇਇੱਜ਼ਤੀ ਦਾ ਅਸੀਂ ਸ਼ਿਕਾਰ ਹਾਂ, ਇਹ ਤੇ ਮਤਲਬ ਇਹ ਸਿਲਸਿਲਾ ਰੁਕਦਾ ਨਜ਼ਰ ਨਹੀਂ ਆ ਰਿਹਾ। ਨਹੀਂ ਰੁਕ ਜਾਏਗਾ, ਜਦੋਂ ਥੱਕ ਜਾਣਗੇ ਜਾਂ ਉਹਨਾਂ ਕੋਲ ਹੌਸਲਾ ਮੁੱਕ ਜਾਏਗਾ ਉਦੋਂ ਰੁਕ ਜਾਏਗਾ। ਜਿਹੋ ਜਿਹਾ ਮੁਸਲਮਾਨਾਂ ਦਾ ਮਕਸਦ ਬਣਾਈ ਹੋ ਰਹੇ ਨੇ, ਉਹ ਤੇ ਸਿਰਫ ਸਾਰੇ ਤੁਸੀਂ ਗੱਲ ਨੂੰ ਫੋਲੋ ਕਰਿਆ ਕਰੋ ਖਵਾਜਾ ਸਾਹਿਬ। ਮੈਂ ਕਹਿ ਰਿਹਾ ਕਿ ਮੁਸਲਮਾਨ ਉਹਨਾਂ ਦਾ ਅਸਲਾ ਰੁਕਣ ਦਾ ਇੰਤਜ਼ਾਰ ਕਰ ਰਹੇ ਨੇ, ਤੇ ਉਹ ਤੇ ਬੇਵਕੂਫੀ ਹੈ ਨਾ। ਤੇ ਮੈਂ ਹੋਰ ਕੀ ਕਹਿ ਰਿਹਾ? ਸ਼ੌਕਤ ਸਾਹਿਬ ਤੁਸੀਂ ਖੁੱਲ੍ਹ ਕੇ ਗੱਲ ਕਰੋ, ਕਿਉਂ ਤੁਸੀਂ ਦੱਬੇ ਲਫ਼ਜ਼ਾਂ 'ਚ ਗੱਲ ਕਰਦੇ ਹੋ? ਮੈਂ ਸਰ ਦੱਬੇ ਲਫ਼ਜ਼ਾਂ ਦੇ ਵਿੱਚ ਗੱਲ ਨਹੀਂ ਕਰ ਰਿਹਾ ਹੈਗਾ। ਐਕਚੁਅਲ ਨਾ ਮੈਂ ਆਵਾਜ਼ ਦੇ ਰਿਹਾ, ਆਵਾਜ਼ ਤੁਸੀਂ ਵੀ ਦੇ ਰਹੇ ਜੇ, ਠੀਕ ਹੈ ਨਾ। ਅਸੀਂ ਇੱਥੇ ਬੈਠ ਕੇ ਪ੍ਰੋਗਰਾਮ ਕਰ ਰਹੇ ਹੈਗੇ ਹਾਂ ਤਾਂ ਕਿ ਸ਼ਾਇਦ ਜ਼ਮੀਰ 'ਚ ਜੋੜਨ ਦੀ ਕੋਸ਼ਿਸ਼ ਕਰ ਰਹੇ ਹਾਂ। ਇਸ ਤਰ੍ਹਾਂ ਹੀ ਹੈਗਾ, ਬਿਲਕੁਲ ਠੀਕ। ਔਰ ਯਕੀਨ ਕਰੋ ਕਿ ਅਗਰ ਮੇਰੇ ਕੋਲ ਅਸਲਾ ਹੋਵੇ, ਮੈਨੂੰ ਲੜਨ ਦਾ ਢੰਗ ਨਾ ਹੋਵੇ, ਮੈਨੂੰ ਤੁਹਾਨੂੰ ਉਹ ਜਿਹੜਾ ਢੰਗ ਨਾ ਅਸੀਂ ਉਹੀ ਕਰ ਰਹੇ ਹਾਂ, ਠੀਕ ਹੈ ਨਾ। ਇਹ ਕੰਮ ਹੈਗਾ ਇਸਲਾਮੀ ਮੁਮਲਕਤ ਦੇ ਜਿਹੜੇ ਰਹਿਨੁਮਾ ਨੇ, ਉਹ ਸਿਰ ਜੋੜ ਕੇ ਬੈਠਣ, ਉਹ ਕਹਿਣ ਜੀ ਅਸੀਂ ਇਹਨਾਂ ਨੂੰ ਵਾਰਨਿੰਗ ਨਹੀਂ ਦੇਣੀ, ਜੇ ਦੇਣੀ ਹੈ ਨਾ ਤਾਂ ਅਸੀਂ ਇਹਨਾਂ ਦੇ ਤਰੀਕੇ ਦੇ ਵਿੱਚ ਵਾਰਨਿੰਗ ਦੇਣੀ ਹੈਗੀ। ਦੇਖੋ ਮੇਰੀ ਗੱਲ ਸੁਣੋ, ਇੱਕ ਬੰਦੇ ਦੇ ਹੱਥ 'ਚ ਪਿਸਤੌਲ ਹੈਗਾ, ਉਹ ਫਾਇਰਿੰਗ ਕਰੀ ਜਾ ਰਿਹਾ, ਦੂਸਰੇ ਲੋਕ ਉਹਨੂੰ ਕਹਿ ਰਹੇ, ਔਰ ਕੋਈ ਕੋਠੇ 'ਤੇ ਚੜ੍ਹ ਕੇ ਆਵਾਜ਼ ਦੇ ਰਿਹਾ, ਕੋਈ ਛੁਪ ਕੇ ਆਵਾਜ਼ ਦੇ ਰਿਹਾ, ਉਹ ਨਾ ਚਲਾ ਯਾਰ। ਉਹਦੇ ਜ਼ਿਹਨ ਦੇ ਵਿੱਚ ਤੇ ਹੈਗਾ ਕਿ ਮੈਨੂੰ ਮਾਰਨਾ ਹੀ ਮਾਰਨਾ। ਹਾਂ, ਅਲਬੱਤਾ ਇੱਕ ਬੰਦਾ ਕਲਾਸ਼ਨਕੋਫ ਹੱਥ 'ਚ ਫੜ ਕੇ ਨਾ ਕਵੇ ਲੈ ਹੁਣ ਤੂੰ ਗੋਲੀ ਚਲਾ, ਜੇ ਤੂੰ ਗੋਲੀ ਇੱਧਰੋਂ ਚਲਾਏਗਾ ਨਾ ਤਾਂ ਇੱਧਰ ਮੇਰੇ ਕੋਲ ਕਲਾਸ਼ਨਕੋਫ ਹੈਗਾ। ਹੁਣ ਇਸ ਜ਼ਬਾਨ 'ਚ ਗੱਲ ਕਰਨੀ ਪਏਗੀ। ਸ਼ੌਕਤ ਸਾਹਿਬ ਜਿਹੜਾ ਮੌਜੂਦਾ ਦੌਰ ਹੈ ਇਹ ਮਈਸ਼ਤ ਦੀਆਂ ਤਾਕਤ ਦੇ ਦੌਰ ਹੈ। ਇਹਦੇ 'ਚ ਜਿਹੜਾ ਤਾਕਤਵਰ ਹੈ, ਜਿਹਦੀ ਮਈਸ਼ਤ ਤਾਕਤਵਰ ਹੈ, ਉਹ ਹੀ ਹੈ। ਔਰ ਇਹਦਾ ਇੱਕ ਹੋਰ ਲੜਿਓ ਬਗੈਰ ਤੇ ਇੱਕ ਤੇ ਇਹ ਹੱਲ ਮੁਮਕਿਨ ਹੈ ਕਿ ਸਾਰੀ ਦੁਨੀਆ ਉਮਤ ਮੁਸਲਮਾਨ ਜਿਹੜੀ ਹੈ ਖਾਸ ਤੌਰ ਤੇ, ਉਹ ਅਗਰ ਇਸਰਾਈਲ ਦਾ ਬਾਈਕਾਟ ਕਰਦੀ ਹੈ ਔਰ ਉਹ ਉਹਨਾਂ ਦੀ ਯਕੀਨਨ ਉਹਨਾਂ ਦੀ ਮਈਸ਼ਤ ਤੇ ਬਾਈਕਾਟ ਦਾ ਮੁਰਾਦ ਇਹ ਨਹੀਂ ਹੈਗਾ ਕਿ ਮੈਂ ਤੁਹਾਡੇ ਨਾਲ ਨਹੀਂ ਬੋਲਦਾ। ਮਾਸ਼ੀ ਦੁਨੀਆ ਦੇ ਵਿੱਚ ਬਾਈਕਾਟ ਦਾ ਮਤਲਬ ਹੈਗਾ ਕਿ ਮੇਰਾ ਤੁਹਾਡੇ ਨਾਲ ਕਾਰੋਬਾਰ ਬੰਦ ਹੈ, ਅੱਜ ਤੋਂ ਤੁਹਾਡਾ ਮੇਰਾ ਲੈਣ ਦੇਣ ਬੰਦ ਹੈ। ਤੇ ਲਾਜ਼ਮੀ ਗੱਲ ਹੈ ਉਹਦੀ ਆਮਦਨ ਤੇ ਫਰਕ ਪਏਗਾ। ਉਹਦੇ ਬਹੁਤ ਬੜੀ ਮਾਰਕੀਟ ਹੈ ਮੁਸਲਿਮ ਮਮਾਲਿਕ ਜਿਹੜੇ ਨੇ, ਔਰ ਇਸਰਾਈਲੀ ਜਿਹੜੇ ਨੇ ਯਹੂਦੀ ਨੇ, ਉਹ ਪੂਰੀ ਦੁਨੀਆ ਦੀ ਮਈਸ਼ਤ ਤੇ ਛਾਏ ਨੇ, ਇਨਵੈਸਟਰ ਨੇ, ਠੀਕ ਹੈ। ਔਰ ਯਕੀਨਨ ਜਦੋਂ ਚੀਨ ਖਲੋ ਗਿਆ ਅਮਰੀਕਾ ਦੇ ਅੱਗੇ ਪਿੱਛੇ ਤੇ ਅਮਰੀਕਾ ਨੂੰ ਘੁੱਟਣੇ ਟੇਕਣੇ ਪੈ ਗਏ, ਹਾਲਾਂਕਿ ਉਹ ਮੁਲਕ ਹੈ ਨਾ, ਠੀਕ ਹੈ, ਉਹਨੇ ਇਕੱਲੇ ਨੇ ਉਹਨੂੰ ਜਾਂ ਈਰਾਨ ਦੀ ਜਿਹੜੀ ਤੁਸੀਂ ਗੱਲ ਕੀਤੀ। ਖਵਾਜਾ ਸਾਹਿਬ ਮੇਰੀ ਗੱਲ ਸੁਣੋ, ਮੇਰਾ ਖਿਆਲ ਹੈ ਦੂਬਤੂ ਲੜਾਈ ਦੀ ਬਜਾਏ ਜਿਹੜਾ ਮੌਜੂਦਾ ਦੌਰ ਜਾ ਰਿਹਾ ਉਹਦੇ ਮੁਤਾਬਕ ਕਰ ਲਈਏ। ਖਵਾਜਾ ਸਾਹਿਬ ਜਿਹੜੀ ਦੇਰ ਪਾ ਗੱਲ ਕੀਤੀ ਨਾ ਤੁਸੀਂ ਦੇਰ ਪਾ ਗੱਲ ਕੀਤੀ, ਇਹ ਇਫੈਕਟ ਹੈਗਾ, ਯਾਨੀ ਕਿ ਇਸ ਤਰ੍ਹਾਂ ਹੀ ਹੋਣਾ ਚਾਹੀਦਾ। ਲੇਕਿਨ ਟਾਈਮਿੰਗ ਦੇਖੀ ਦੀਏ, ਜਦੋਂ
ਲੜਾਈ ਹੋ ਰਹੀ ਹੁੰਦੀ ਨਾ, ਉਦੋਂ 2-4 ਥੱਪੜ ਮਾਰ ਕੇ ਹੀ ਜਿਹੜਾ ਇੱਕ ਬੰਦਾ ਵੇਰ 'ਚ ਗਿਆ, ਇਸ ਟਾਈਮ ਅਸੀਂ ਜੀ ਨਹੀਂ ਕਰਦੇ, ਉਹ ਕਹਿੰਦੇ ਠੀਕ ਹੈ ਇਹ ਅਸੀਂ 5 ਦਿਨ ਬਾਅਦ ਅਸੀਂ ਜੰਗਬੰਦੀ ਕਰ ਲਵਾਂਗੇ, 5 ਦਿਨ ਅਸੀਂ ਨਾ ਅੱਧੇ ਤੋਂ ਜ਼ਿਆਦਾ ਜਾਣੀ ਕਿ ਨਾ ਫਲਸਤੀਨੀਆਂ ਨੂੰ ਮਾਰ ਦਿਆਂਗੇ। ਬਿਲਕੁਲ ਠੀਕ। ਇਸ ਟਾਈਮ ਜਿਹੜਾ ਨਾ ਇਹ ਤੜੀ ਫਿੱਕਾ ਵਾਰ ਹੈਗਾ ਠੀਕ ਮੇਰੇ ਪੁਆਇੰਟ ਆਫ ਵਿਊ ਨਾਲ। ਇਸ ਟਾਈਮ ਇਹੀ ਹੈਗਾ ਕਿ ਇਸਲਾਮੀ ਮੁਮਲਕਤ ਹੁਣ ਆਪਣਾ ਰੇਲ ਸ਼ਰੀਫ ਸਾਹਿਬ ਵੀ ਉਧਰ ਗਏ ਹੋਏ ਨੇ, ਆ ਬਲਕਿ ਉਹਨਾਂ ਦੀ ਆਪਣੀ ਇੱਕ ਫੌਜ ਬਣਾਈ, ਉਹਨਾਂ ਦੀ ਆਪਣੀ ਫੌਜ ਬਣਾਈ ਹੈ, ਠੀਕ ਹੈ। ਬਿਲਕੁਲ ਉਹਨਾਂ ਨੇ ਅੱਗੋਂ ਇੱਕ ਦਾਗ ਨਾ ਕੀ, ਉਹਨਾਂ ਨੇ ਇੱਕ ਅਲਫਾਜ਼ ਤੱਕ ਨਹੀਂ ਕਿਹਾ। ਹਾਂ ਠੀਕ ਨਾ, ਸੋਚਣ ਦਾ ਫੌਜ ਬਣਾਈ ਕਾਦੇ ਲਈ ਹੈ, ਇਹ ਬੜਾ ਅਹਿਮ ਨੁਕਤਾ ਹੈ ਕਿ ਉਹ ਫਿਰ ਜੇ ਉਹ ਮੁਸਲਮਾਨ ਉਮਰ ਨੇ ਫੌਜ ਬਣਾਈ ਕਾਦੇ ਲਈ। ਮੈਂ ਕਹਿ ਰਿਹਾ ਇਹ ਜਿਹੜਾ ਤੁਸੀਂ ਪੁਆਇੰਟ ਰੇਜ਼ ਕੀਤਾ ਨਾ, ਇਹ ਹਿਕਮਤ ਦੇ ਦੇਰ ਪਾ, ਠੀਕ, ਇਹ ਦੇਰ ਪਾਉਣ ਵਾਸਤੇ ਹੈਗਾ ਕਿ ਯਾਰ ਜੇ ਇਸ ਤਰ੍ਹਾਂ ਕਰਾਂਗੇ ਤਾਂ ਅਸੀਂ ਵੀ ਨਾਲੇ ਤੇ ਕੰਮ ਹੋਣਾ, ਠੀਕ ਹੈ ਨਾ। ਇਸ ਟਾਈਮ ਯਾਨੀ ਕਿ ਨਾ ਇਹ ਫਾਇਰ ਹੈ, ਠੀਕ, ਸਿਰਫ ਖਾਲੀ ਫਾਇਰ ਹੈ। ਇਸ ਟਾਈਮ ਉਹਨਾਂ ਨੇ ਅਗਰ ਫਰਜ਼ ਕਰੋ ਕੋਈ 1000 ਬੰਦਾ ਮਾਰਤਾ ਨਾ, ਮੈਂ ਆਪਣੀ ਨੇਚਰ ਤੋਂ ਹਟਵੀਂ ਗੱਲ ਕਰ ਰਿਹਾ ਜੀ, ਇਸ ਤਰ੍ਹਾਂ ਇਸਰਾਇਲ ਦਾ ਵੀ 200 ਵੀ ਉਹਨਾਂ ਮਾਰ ਦੇਣਗੇ, ਉਹਨਾਂ ਨੂੰ ਪਤਾ ਲੱਗੇ ਯਾਰ ਇਹ ਹੁਣ ਕੰਮ ਵੱਧ ਜਾਣਾ, ਫਿਰ ਉਹ ਗੱਲ ਵੀ ਸੁਣ ਲੈਣਗੇ, ਠੀਕ, ਫਿਰ ਸਾਡੀਆਂ ਤੜੀਆਂ ਤੇ ਵੀ ਆ ਜਾਂਦੀਆਂ। ਬੜੀ ਅੱਛੀ ਇਹ ਨੁਕਤਾ ਹੈਗਾ ਕਿ ਤੁਸੀਂ ਆਪਣੇ ਰਾਇਲ ਸ਼ਰੀਫ ਸਾਹਿਬ ਦੀ ਸਰਬਰਾਹੀ 'ਚ ਇੱਕ ਬਕਾਇਦਾ ਮਾਮਲਾ ਤੈਅ ਕੀਤਾ ਹੈ ਕਿ ਅਸੀਂ ਉਮਤ ਮੁਸਲਮਾਨ ਦੇ ਮਾਮਲਾਤ ਵਾਸਤੇ, ਉਹਨਾਂ ਦੇ ਤਹਫੁਜ਼ ਵਾਸਤੇ, ਤੇ ਉਹ ਫਲਸਤੀਨੀ ਮੁਸਲਮਾਨ ਨਹੀਂ, ਆਖਰ ਸਭ ਤੋਂ ਵੱਡਾ ਇਸ਼ੂ ਜਿਹੜਾ ਦੁਨੀਆ ਦੇ ਵਿੱਚ ਮੁਸਲਮਾਨਾਂ ਦੇ ਇਤਬਾਰ ਨਾਲ ਫਲਸਤੀਨ ਹੈ ਜਾਂ ਕਸ਼ਮੀਰ ਹੈ, ਔਰ ਦੋਨਾਂ ਦੇ ਉੱਤੇ ਉਮਤ ਮੁਸਲਮਾਨ ਦੀ ਬਹੁਤ ਹੱਦ ਹੁੰਦੀ ਹੈ, ਬੜੀ ਤੋਪ ਚੱਲਦੀ ਹੈ ਤੇ ਮਜ਼ੰਮਤ ਤੋਂ ਇਲਾਵਾ ਬਾਤ ਨਹੀਂ ਹੈਗੀ। ਜਦਕਿ ਉਹ ਤੁਹਾਡੇ ਵਾਲਾ ਨੁਕਤਾ ਜਿਹੜਾ ਉਹ ਬੜਾ ਅਹਿਮ ਹੈ ਕਿ ਜਦੋਂ ਹਥਿਆਰ ਦੀ ਲੜਾਈ ਹੈ ਤੇ ਉਹਦੇ ਨਾਲ ਆਵਾਜ਼ ਦਾ ਉਦੋਂ ਹਥਿਆਰ ਦੀ ਆਵਾਜ਼ ਹੀ ਸੁਣਾਈ ਦੇਗੀ, ਉਹ ਹੀ ਚੱਲੇਗੀ ਤਾਂ ਠੀਕ ਹੈ। ਲੇਕਿਨ ਬਹਰਹਾਲ ਇਹ ਤੇ ਉਮਤ ਮੁਸਲਮਾਨ ਦੇ ਸੋਚਣ ਦਾ ਮਾਮਲਾ ਹੈ। ਲੇਕਿਨ ਸ਼ੌਕਤ ਸਾਹਿਬ ਉੱਥੇ ਬੜੀ ਹੀ ਤਕਲੀਫ ਦੇ ਸੂਰਤ ਹਾਲ ਹੈ, ਇੰਨੀ ਤਕਲੀਫ ਦੇ ਕਿ ਹਰ ਘਰ ਚੋਂ ਲਾਸ਼ਾਂ ਉਠਾਈਆਂ ਜਾ ਰਹੀਆਂ ਨੇ, ਜਨਾਜ਼ੇ ਨੇ, ਔਰ ਇੰਨੀ ਤਕਲੀਫ ਦੇ ਗੱਲ ਹੈ ਕਿ ਈਦ ਦਾ ਮੌਕਾ ਹੈ ਔਰ ਕਈ ਸਾਲਾਂ ਤੋਂ, ਕਈ ਦਹਾਈਆਂ ਤੋਂ ਖਵਾਜਾ ਸਾਹਿਬ ਦੇਖੋ ਤਿਉਹਾਰ ਨੂੰ ਵਿੱਚ ਅਸੀਂ ਨਹੀਂ ਲੈ ਕੇ ਆਂਦੇ, ਈਦ ਦਾ ਮੌਕਾ ਅਗਰ ਨਾ ਹੋਵੇ ਤੇ ਫਿਰ ਕਿਹੜਾ ਜਾਇਜ਼ ਹੈਗਾ, ਫਿਰ ਵੀ ਕਿਹੜਾ ਜਾਇਜ਼ ਹੈਗਾ। ਠੀਕ ਹੈ, ਇਨਸਾਨੀ ਜਾਨ ਜਿਹੜੀ ਨਾ ਉਹ ਅੱਲਾਹ ਦਾ ਅਜ਼ੀਮ ਕਿਸਮ ਦਾ ਤੋਹਫਾ ਹੈ, ਦਰੁਸਤ, ਠੀਕ ਹੈ ਨਾ, ਉਹਨੂੰ ਕਿਸੇ ਇਨਸਾਨ ਨੂੰ ਮਾਰਨ ਦਾ ਹੱਕ ਹੀ ਨਹੀਂ ਹੋਣਾ ਚਾਹੀਦਾ। ਦੇਖੋ ਇਹ ਮੈਂ ਨਾ ਉਮਤ ਮੁਸਲਮਾਨ ਦੀ ਗੱਲ ਨਹੀਂ ਕਰ ਰਿਹਾ ਜਾਂ ਅਹਿਲੇ ਈਮਾਨ ਦੀ ਗੱਲ ਨਹੀਂ ਕਰ ਰਿਹਾ, ਦੂਸਰਿਆਂ ਦੀ ਗੱਲ ਨਹੀਂ ਕਰ, ਮੈਂ ਕਹਿੰਦਾ ਅਗਰ ਇਸਲਾਮੀ ਮੁਮਲਕਤ ਇਸ ਤਰ੍ਹਾਂ ਕਰੇ ਨਾ ਕਿਸੇ ਨਾਲ ਨਜਾਇਜ਼, ਤੇ ਤਦ ਵੀ ਸਾਨੂੰ ਉੱਤੇ ਇhtਜਾਜ ਕਰਨਾ ਚਾਹੀਦਾ, ਠੀਕ ਹੈ ਨਾ। ਲੇਕਿਨ ਉਹ ਕਿਉਂਕਿ ਮਜ਼ਹਬ ਦੀ ਬਿਨਾਹ ਦੇ ਉੱਤੇ ਜਾਣ ਕੇ ਬਰਬਰੀਅਤ ਕਰ ਰਹੇ ਨੇ, ਤੇ ਜਦੋਂ ਉਹ ਇਸ ਤਰ੍ਹਾਂ ਕਰ ਰਹੇ ਨੇ ਤੇ ਫਿਰ ਮਜ਼ਹਬੀ ਲੋਕਾਂ ਨੂੰ ਵੀ ਜਿਹੜੇ ਜਾਣ ਕੇ ਸਾਡੇ ਇਸਲਾਮੀ ਮੁਮਲਕਤ ਨੇ, ਅਸੀਂ ਇਸਲਾਮੀ ਭਰਾ ਹੈਗੇ ਆ, ਉਹਨਾਂ ਨੂੰ ਯਾਰ ਇੱਕ ਵਾਰੀ ਉਹਨਾਂ ਦਾ ਹੱਥ ਡੱਕ ਲੈਣ, ਉਹਨਾਂ ਨੂੰ ਆਪਣੀ ਪਾਵਰ ਦਿਖਾਣ, ਗੱਲਾਂ ਨਾਲ ਇhtਜਾਜ ਨਹੀਂ। ਲੇਕਿਨ ਜ਼ਿਆਦਾ ਅਫਸੋਸਨਾਕ ਗੱਲ ਹੈਗੀ ਹੈ ਕਿ ਜਿਨ੍ਹਾਂ ਮੁਲਕਾਂ ਤੋਂ ਨੂੰ ਅਸੀਂ ਇਹ ਗੱਲ ਕਰ ਰਹੇ ਹਾਂ, ਜਿਨ੍ਹਾਂ ਮੁਲਕਾਂ ਦੇ ਹਵਾਲੇ ਨਾਲ, ਉਹਨਾਂ ਦਾ ਇਹ ਆਲਮ ਹੈ ਕਿ ਸ਼ਾਮ ਮੁਸਲਿਮ ਮੁਲਕ ਹੈ, ਸਾਊਦੀ ਅਰਬ ਨਾਲ ਲੜਾਈ ਹੈ, ਲੀਬੀਆ ਮੁਸਲਿਮ ਮੁਲਕ ਹੈ, ਉਹਨੂੰ ਇਹਨਾਂ ਨੇ ਆਪਣੇ ਹੱਥੀਂ ਤਬਾਹ ਕੀਤਾ। ਸ਼ਾਮ ਦੇ ਨਾਲ ਜੋ ਜ਼ੁਲਮੋ ਬਰਬਰੀਅਤ ਉੱਥੇ ਹੋਈ ਹੈ, ਠੀਕ ਹੈ, ਉੱਥੇ ਤੁਰਕੀ ਦੇ ਤਿਆਰੇ ਫਾਇਰਿੰਗ ਬੰਬਾਰੀ ਕਰਦੇ ਨੇ, ਮਤਲਬ ਇਹ ਤੇ ਆਪ ਹੀ ਆਪਸ 'ਚ ਮਰੀ ਜਾ ਰਹੇ ਨੇ, ਤੇ ਉਹਨਾਂ ਨੂੰ ਤੇ ਮੌਕਾ ਮਿਲਣਾ ਹੀ ਮਿਲਣਾ ਨਾ, ਯਹੂਦੀਆਂ ਨੂੰ ਤੇ ਮੌਕਾ ਮਿਲਣਾ, ਉਹਨਾਂ ਨੂੰ ਪਤਾ ਹੈ ਕਿ ਇਹ ਤੇ ਆਪਸ 'ਚ ਮਾਰੀ ਜਾ ਰਹੇ ਨੇ। ਇਹ ਮਫਾਦਾਤ ਦੀਆਂ ਲੜਾਈਆਂ ਲੜਦੇ ਨੇ, ਠੀਕ ਹੈ ਨਾ, ਉਹ ਤੇ ਮਜ਼ਹਬ ਦੀ ਬਿਨਾਹ ਦੇ ਉੱਤੇ ਇਸ ਤਰ੍ਹਾਂ ਲੜ ਰਹੇ ਨੇ ਨਾ, ਠੀਕ, ਯਾਨੀ ਕਿ ਨਾ ਇੱਕ ਹੈਗਾ ਕਿ ਅਸੀਂ ਬੜਾ ਵਾਜ਼ਿਆ ਹੈ, ਅਸੀਂ ਜਨ ਕੇ 4 ਭਰਾ ਹੈਗੇ ਆ, 4 ਭਰਾਵਾਂ ਕੋਲ ਇੱਕ ਮਕਾਨ ਹੈ, ਉਹ ਕਹਿੰਦਾ ਯਾਰ ਵੱਡਾ ਕਮਰਾ ਮੈਂ ਲੈਣਾ, ਛੋਟਾ ਉਹ ਕਹਿੰਦਾ ਇਸ ਤਰ੍ਹਾਂ, ਇੱਕ ਨੂੰ ਕਹਿੰਦੇ ਨੇ ਜੀ ਤੂੰ ਨੁਕਰੇ ਲੱਗ ਜਾ ਇੱਥੇ ਪਾਰਟੀਸ਼ਨ ਕਰ ਲੈ ਕੱਪੜੇ ਜਿਹੜੀ, ਤੇ ਉਹ ਉਹਦੇ ਤੋਂ ਲੜ ਰਹੇ ਨੇ, ਠੀਕ ਹੈ ਨਾ। ਉਹਨਾਂ ਦਾ ਲੜਨ ਨਾਲ ਕਿਸੇ ਨੂੰ ਨਹੀਂ ਹੁੰਦਾ। ਮੁਸਲਮਾਨ ਤੇ ਮਾਰ ਰਹੇ ਨੇ। ਮੈਂ ਇੱਕ ਗੱਲ ਕਰ, ਇਹ ਕਿ ਦੂਸਰੇ ਮਹੱਲੇ ਵਾਲਾ ਬੰਦਾ, ਠੀਕ ਹੈ ਨਾ, ਜਿਹੜਾ ਉਹਦੇ ਉਸ ਘਰ ਨਾਲ ਤਲਕ ਹੀ ਨਹੀਂ ਹੈਗਾ, ਉਹ ਜਾਨੀ ਕਿ ਜਦੋਂ ਜਾ ਕੇ ਬੰਬਾਰੀ ਕਰੇਗਾ ਤੇ 4 ਬੰਦਿਆਂ ਨੂੰ ਕੀ ਕਰਨਾ ਪਏਗਾ, 4 ਭਰਾ ਉਦੋਂ ਇਕੱਠੇ ਹੋ ਜਾਂਦੇ ਨੇ। ਇਹ ਜਿਵੇਂ ਆਪਸ 'ਚ ਮਫਾਦਾਤ ਦੀ ਅਗਰ ਲੜਾਈਆਂ ਲੜਨ ਲਈ ਇਕੱਠੇ ਹੋ ਜਾਂਦੇ, ਹਾਂ, ਜਦੋਂ ਲੜਾਈਆਂ ਲੜ ਰਹੇ ਨੇ ਇਹ ਆਪਸ 'ਚ ਲੜਦੇ ਰਹਿਣ, ਜਦੋਂ ਇਹਨਾਂ ਦਾ 4ਾਂ ਦਾ ਮੁਸ਼ਤਰਕਾ ਘਰ ਹੈ, ਦੀਨ ਜਿਹੜਾ ਨਾ ਸਾਰਿਆਂ ਦਾ ਮੁਸ਼ਤਰਕਾ ਹੈ, ਠੀਕ ਹੈ ਨਾ, ਜਦੋਂ ਇਹਨਾਂ ਤੇ ਆਣ ਕੇ ਉਹ ਕਬਜ਼ਾ ਕੋਈ ਕਾਬਜ਼ ਹੋਏਗਾ ਤੇ ਇਹਨਾਂ ਨੂੰ ਇਕੱਠੇ ਹੋ ਜਾਣਾ ਚਾਹੀਦਾ। ਲੇਕਿਨ ਇਹ ਬਦਕਿਸਮਤ ਐਸੇ ਹੈਗੇ ਨੇ ਕਿ ਜਿਹੜੇ ਇਸ ਮੌਕੇ ਤੇ ਵੀ ਨਹੀਂ ਇਕੱਠੇ ਹੋ ਰਹੇ।
शौकत साहब बदकिस्मत तो ज़्यादा बदबख्त भी नहीं बदबख्त भी नहीं। और नाजरीन तुसी यकीनन इस तकलीफ ਨੂੰ ਵੀ ਮਹਿਸੂਸ ਕਰ ਰਹੇ ਹੋਵੋਗੇ ਕਿ ਜਿਹੜੀ ਇਸ ਵੇਲੇ ਹਰ ਸੱਚੇ ਔਰ ਮੁਖਲਿਸ ਮੁਸਲਮਾਨ ਦੇ ਦਿਲ 'ਚ ਫਲਸਤੀਨੀਆਂ ਵਾਸਤੇ ਹੈ ਜਿਹੜਾ ਦੁੱਖ ਉਹ ਮਹਿਸੂਸ ਕਰ ਰਹੇ ਨੇ ਅਸੀਂ ਸਾਰੇ ਉਹਨੂੰ ਮਹਿਸੂਸ ਕਰ ਰਹੇ ਹਾਂ ਲੇਕਿਨ ਜ਼ਿਆਦਾ ਤਕਲੀਫ ਤੇ ਗੱਲ ਹੈਗੀ ਹੈ ਕਿ ਅਸੀਂ ਇੱਕ ਖਬਰ ਦੀ ਹੱਦ ਤੱਕ ਉਹਨੂੰ ਜ਼ਿਆਦਾ ਦਿਲਚਸਪੀ ਨਹੀਂ ਦਿੰਦੇ ਉਹਦੇ ਤੇ ਅਫਸੋਸ ਦਾ ਇਜ਼ਹਾਰ ਵੀ ਕਰ ਰਹੇ ਹਾਂ ਉਹਦੇ ਤੇ ਤਕਲੀਫ ਦਾ ਇਜ਼ਹਾਰ ਵੀ ਕਰ ਰਹੇ ਹਾਂ ਲੇਕਿਨ ਉਸ ਤੋਂ ਬਾਅਦ ਅਸੀਂ ਆਪਣੇ ਆਮ ਜ਼ਿੰਦਗੀ ਦੇ ਮਾਮੂਲਾਤ 'ਚ ਮਸ਼ਗੂਲ ਹੋ ਜਾਂਦੇ ਹਾਂ ਸ਼ੌਕਤ ਸਾਹਿਬ ਨੇ ਬੜਾ ਅਹਿਮ ਨੁਕਤਾ ਉਠਾਇਆ ਕਿ ਇਸ ਈਦ ਦਾ ਤਿਉਹਾਰ ਜਿਹੜਾ ਚਲੋ ਇਹ ਤੇ ਹਰ ਸਾਲ ਆਉਂਦਾ ਲੇਕਿਨ ਇਹਦੇ ਉੱਤੇ ਵੀ ਸਾਡੇ ਇਲੈਕਟ੍ਰੋਨਿਕ ਮੀਡੀਆ ਤੇ ਜਿਹੜਾ ਰਵੱਈਆ ਇਖਤਿਆਰ ਕੀਤਾ ਗਿਆ ਉਹ ਵੀ ਯਕੀਨਨ ਉਹਦੇ ਪਿੱਛੇ ਵੀ ਇੱਕ ਮਈਸ਼ਤ ਔਰ ਬਿਜ਼ਨਸ ਜੁੜਿਆ ਹੋਇਆ ਤੇ ਸਾਨੂੰ ਹੁਣ ਇਸ ਤੋਂ ਅਗਾਂਹ ਹੋ ਕੇ ਟੁਰਨਾ ਔਰ ਵੇਖਣਾ ਪਏਗਾ ਨਾ ਸਿਰਫ ਆਪਣੀਆਂ ਜ਼ਾਤਾਂ ਦੇ ਵਿੱਚ ਇਨਫਰਾਦੀ ਤੌਰ ਤੇ ਬਲਕਿ ਸੁਸਾਇਟੀ ਦੇ ਇਤਬਾਰ ਨਾਲ ਵੀ ਔਰ ਮੁਲਕਾਂ ਦੀ ਸਤ੍ਹਾ ਤੇ ਵੀ तमाम उम्मत मुसलमान ਨੂੰ ਚਾਹੀਦਾ ਹੈ और ख़ास तौर पर पाकिस्तान ਜਿਹੜਾ अपने आप ਨੂੰ बहुत बड़ा एटमी मुल्क समझदा और समझदा है कि ਉਹ लीड करेगा उम्मत मुसलमान ਨੂੰ ਇਹ ਨਾਰਿਆਂ ਤੋਂ ਅੱਗੇ ਟੁਰਨ ਵਾਲੀ ਗੱਲ ਹੈ ਨਾਰਿਆਂ ਤੋਂ ਅੱਗੇ ਜਾ ਕੇ ਪੈਰ ਚੁੱਕ ਕੇ ਅਗਲੇ ਨੂੰ ਉਹਦੇ ਤੇ ਉਹਦੀ ਸ਼ਰੰਗੇਜ਼ੀਆਂ ਤੋਂ ਰੋਕਣ ਵਾਸਤੇ ਉਹਦਾ ਹੱਥ ਢੱਕਣਾ ਪਏਗਾ ਔਰ ਹੱਥ ਢੱਕਣ ਲਈ ਆਪਣੀ ਤਾਕਤ ਨੂੰ ਇਕੱਠਾ ਕਰਨਾ ਪਏਗਾ ਇਸ ਦੇ ਨਾਲ ਸਾਨੂੰ ਇਜਾਜ਼ਤ ਦਿਓ ਨੂਰਾ ਕੁਸ਼ਤੀ ਦੇ ਇਸ ਐਪੀਸੋਡ ਨੂੰ ਤੁਸੀਂ ਸਬਸਕ੍ਰਾਈਬ ਕਰੋ ਦੇਖੋ ਔਰ ਸਾਨੂੰ ਆਪਣੀ ਰਾਏ ਦਾ ਨਾਲ ਆਗਾਹ ਕਰੋ ਸਾਨੂੰ ਇਜਾਜ਼ਤ ਦਿਓ ਅੱਲਾ ਨਿਗਹਿਬਾਨ ਅੱਲਾ ਨਿਗਹਿਬਾਨ।